ਵਾਇਸ ਆਫ ਇੰਡੀਆ ਦੇ ਪ੍ਰੋਗਰਾਮ ਪ੍ਰੋਫੈਸ਼ਨਲ ਐਡਵਾਈਸ ਦੇ ਤਹਿਤ ਅੱਜ ਅਸੀਂ ਬਹੁਤ ਇੰਪੋਰਟੈਂਟ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ। ਸਾਡਾ ਵਿਸ਼ਾ ਹੈ ਟਾਈਟਲ ਇੰਸ਼ੋਰੈਂਸ। ਅਤੇ ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਬਾਏ ਕਰਦੇ ਹਾਂ, ਚੀਜ਼ ਇਨ ਦੀ ਸੈਂਸ ਪ੍ਰੋਪਰਟੀ ਬਾਏ ਕਰਦੇ ਹਾਂ, ਘਰ ਬਾਏ ਕਰਦੇ ਹਾਂ ਜਾਂ ਹੋਰ ਪ੍ਰੋਪਰਟੀ ਬਾਏ ਕਰਦੇ ਹਾਂ, ਅਤੇ ਟਾਈਟਲ ਇੰਸ਼ੋਰੈਂਸ ਦੀ ਗੱਲ ਸਾਹਮਣੇ ਆਉਂਦੀ ਹੈ। ਆਉਂਦੀ ਕਦੋਂ ਆ? ਜਦੋਂ ਤੁਸੀਂ ਲਾਇਰ ਦੇ ਕੋਲ, ਲਾਇਰ ਦੇ ਆਫਿਸ 'ਚ ਬੈਠੇ ਹੋ। ਅਸੀਂ ਆਪਣੇ ਵਿਨੀਪੈਗ ਦੇ ਜਿਹੜੇ ਪ੍ਰੋਮੀਨੈਂਟ ਪਰਸਨੈਲਿਟੀ ਅਤੇ ਬੜੇ ਪੁਰਾਣੇ ਤਜਰਬੇਕਾਰ ਲਾਇਰ ਰਾਜਨ ਸ਼ਰਮਾ ਜੀ ਨੂੰ ਦਰਖਾਸਤ ਕੀਤੀ ਹੈ। ਸ਼ਰਮਾ ਜੀ ਵੈਲਕਮ। ਥੈਂਕ ਯੂ ਜੀ, ਥੈਂਕ ਯੂ ਸ਼ਰਮਾ, ਜਿਵੇਂ ਮੈਂ ਗੱਲ ਕੀਤੀ ਹੈ ਕਿ ਟਾਈਟਲ ਇੰਸ਼ੋਰੈਂਸ ਦੀ ਗੱਲ, ਟਾਈਟਲ ਅਤੇ ਇੰਸ਼ੋਰੈਂਸ ਦੋਨੋਂ ਵੱਖਰੀਆਂ ਵੱਖਰੀਆਂ ਚੀਜ਼ਾਂ, ਪਰ ਟਾਈਟਲ ਇੰਸ਼ੋਰੈਂਸ ਕੀ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨਾਲ ਆਪਣੀ ਵਿਚਾਰ ਜਿਹੜੇ ਸਾਂਝੇ ਕਰੋ। ਟਾਈਟਲ ਇੰਸ਼ੋਰੈਂਸ ਇਟ ਕਵਰ ਜਿਹੜਾ ਬਾਇਰ ਹੁੰਦਾ ਹੈ ਉਹਨੂੰ ਅਨਪ੍ਰੈਸੀਡੈਂਟ ਕੋਈ ਵੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ, ਦੈਟ ਇਜ਼ ਕਵਰਡ ਬਾਈ ਦੀ ਟਾਈਟਲ ਇੰਸ਼ੋਰੈਂਸ ਕੰਪਨੀ। ਮੋਸਟ ਆਫ ਦੀ ਬੈਂਕਸ ਐਂਡ ਕ੍ਰੈਡਿਟ ਯੂਨੀਅਨ ਜਿਹੜੇ ਵੀ ਹੁੰਦੇ, ਇਹਨਾਂ ਦੀ ਰਿਕੁਆਇਰਮੈਂਟ ਹੈ ਵੀ ਵਿਲ ਨਾਟ ਫੰਡ ਯੂ ਅਨਲੈਸ ਦੇਰ ਇਜ਼ ਅ ਟਾਈਟਲ ਇੰਸ਼ੋਰੈਂਸ। ਪਰ ਟਾਈਟਲ ਇੰਸ਼ੋਰੈਂਸ ਦਾ ਜੇ ਰੀਅਲ ਲੀਗਲ ਮੀਨਿੰਗ ਦੇਖਿਆ ਜਾਵੇ, ਇਟ ਪ੍ਰੋਟੈਕਟ ਦੀ ਟਾਈਟਲ, that is there is an insurance behind title. ਜਦੋਂ let's see ਕਿ you want to submit, the lawyer want to submit the paper to the property registry, ਠੀਕ ਹੈ ਨਾ, ਜਿਹਨੂੰ ਟੈਰੈਂਟ ਬੋਲ ਲੱਗ ਗਿਆ ਹੁਣ, ਠੀਕ ਹੈ ਨਾ, during that period if he submitted the documents, is any intermediate registration ਕੋਈ fall ਹੋ ਜਾਂਦੀ ਹੈ, then title insurance will cover it. ਠੀਕ ਹੈ, ਪਹਿਲਾਂ ਤਾਂ ਇਹ ਹੋ ਜਾਂਦਾ। ਦੂਸਰੀ ਨੰਬਰ, ਲੈਟਸ ਸੀ ਕਿ ਸਮਨ ਟੇਕ ਅ ਟਾਈਟਲ ਇੰਸ਼ੋਰੈਂਸ ਐਂਡ ਦੈਨ ਡਾਊਨ ਦੀ ਰੋਡ ਆਫਟਰ 1 year 2 year ਕੋਈ ਸਿਟੀ ਦਾ ਉਹਨੂੰ ਕੋਈ ਇਸ਼ੂ ਆ ਜਾਂਦਾ, ਸਿਟੀ ਕਹੀਂ ਵੀ ਤੇਰੀ ਬੇਸਮੈਂਟ ਪਰਮਿਟ ਦੇ ਬਿਨਾ ਪੁੱਲ ਹੋਈ ਹੈ, ਦੇਰ ਇਜ਼ ਨੋ ਇਲੈਕਟ੍ਰਿਕ ਪਰਮਿਟ, ਬਿਨਾ ਪਰਮਿਟ ਪੁੱਲ ਕੀਤੀ, ਜਾਂ ਕੋਈ ਵੀ ਜਿਹੜੀ ਹੈ ਮਤਲਬ ਸੌਰਟ ਆਫ ਲਾਈਕ ਇਨਕਰੋਚਮੈਂਟ ਆ ਗਈ ਹੈ, then it will be covered by the title insurance. But they do have a policy, if there is a, you know and ought to know the facts, then you have to disclose that fact. ਮੇਰਾ ਇੱਕ ਕੁਐਸਚਨ ਹੈ ਜੀ, ਤੁਸੀਂ ਜਦੋਂ ਇਹ ਟ੍ਰਾਂਜੈਕਸ਼ਨ, ਸੇਲ ਪਰਚੇਜ਼ ਟ੍ਰਾਂਜੈਕਸ਼ਨ ਕੰਪਲੀਟ ਕਰਨ ਲੱਗਦੇ ਹੋ ਤੇ ਕੰਮ ਕਰਨ ਲੱਗਦੇ ਹੋ, ਤੇ ਤੁਸੀਂ ਟਾਈਟਲ ਪੁੱਲ ਕਰਦੇ ਹੋ, That's correct. ਠੀਕ ਹੈ, ਟਾਈਟਲ ਸਰਚ ਟਾਈਟਲ ਪੁੱਲ ਕਰਦੇ, Yeah. ਉਸ ਟਾਈਮ ਦੇ ਉੱਤੇ ਟਾਈਟਲ ਇੰਸ਼ੋਰੈਂਸ ਤਾਂ ਨਹੀਂ ਲਈ ਹੁੰਦੀ, No. ਬਾਅਦ ਵਿੱਚ ਲੈ ਹੁੰਦੀ। ਜੇ ਉਦੋਂ ਕੋਈ ਉੱਤੇ ਲੀਨ ਹੋਵੇ, ਕੋਈ ਇੰਕਰੋਚਮੈਂਟ ਹੋਵੇ, ਕੋਈ ਹੋਰ ਸਿਟੀ ਦਾ ਜਾਂ ਫੈਡਰਲ ਗਵਰਨਮੈਂਟ, ਪ੍ਰੋਵਿੰਸ਼ੀਅਲ ਗਵਰਨਮੈਂਟ ਦਾ, ਜਾਂ ਕਿਸੇ ਪ੍ਰਾਈਵੇਟ ਦਾ, ਈਵਨ ਬਿਲਡਰ ਦੇ ਵੀ ਹੁੰਦੇ ਨਾ ਜੀ, ਉਹਨਾਂ ਲੀਨ ਪਾਏ ਹੁੰਦੇ, ਉਹ ਤਾਂ ਕਵਰ ਨਹੀਂ ਹੁੰਦੇ। No, because that is the responsibility of the seller lawyer. So ਕੋਈ lawyers ਦੇ ਵਿੱਚ ਕਰਕੇ ਹੁੰਦੀ ਹੈ, ਟਰਸਟ ਕੰਡੀਸ਼ਨਸ ਹੁੰਦੀਆਂ। So the seller lawyer put trust condition to the buyer lawyer, buyer lawyer put trust condition to the seller lawyer. ਜਿਹੜੀ ਵੀ encumbrance at the time of pulling the title up to the possession date, until the title issue, possession date until the title issue, ਜੇ ਇਹਦੇ ਵਿੱਚ ਕੋਈ ਵੀ ਇਨਕੰਬਰੈਂਸ ਹੁੰਦੀ ਹੈ which has a financial impact on the purchaser, that will be paid by the seller lawyer. ਠੀਕ ਹੈ, he cannot give any money to the seller unless he pay that off. ਟਾਈਟਲ ਇੰਸ਼ੋਰੈਂਸ ਵੈਸੇ ਜਿਹੜੀ ਹੈ ਉਹ ਪਰਚੇਜ਼ਰ ਨੂੰ, ਜਿਹੜਾ ਬਾਇਰ ਹੈਗਾ, ਉਹਨੂੰ ਪ੍ਰੋਟੈਕਟ ਕਿਵੇਂ ਕਰਦੀ ਆ? ਤੇ ਸੁਣਿਆ ਤੇ ਇਹ ਸੀਗਾ, ਕਿਉਂਕਿ ਮੈਂ ਇਸ ਪ੍ਰੋਫੈਸ਼ਨ ਨਾਲ ਜੁੜਿਆ ਹਾਂ, ਸ਼ੁਰੂ 'ਚ ਸਾਨੂੰ ਵੀ ਇੰਪ੍ਰੈਸ਼ਨ ਸੀਗਾ ਕਿ ਬੈਂਕ ਵਾਲੇ ਆਪਣੇ ਆਪ ਨੂੰ ਸੇਫ ਕਰਨ ਦੀ ਖਾਤਰ ਟਾਈਟਲ ਇੰਸ਼ੋਰੈਂਸ ਬਾਏ ਕਰਨ ਲਈ ਇਨਸਿਸਟ ਕਰਦੇ, ਖਰਚਾ ਉਹਦਾ ਪਰਚੇਜ਼ਰ ਨੂੰ ਪੈਣਾ। One way or other yes, one way or other no. ਕਿਉਂਕਿ ਬੈਂਕ ਵਾਲਿਆਂ ਦਾ ਕੀ ਹੁੰਦਾ, they want to protect their money, they are giving chunk of the money to the lawyer. ਨੈਚੁਰਲੀ ਕਲੀਅਰ ਟਾਈਟਲ ਚਾਹੀਦਾ, ਕਲੀਅਰ ਟਾਈਟਲ ਚਾਹੀਦਾ। ਤਾਂ ਕਲੀਅਰ ਟਾਈਟਲ ਨੂੰ ਦੇਣੇ ਵਿੱਚ ਕਰ ਇੰਟਰਮੀਡੀਏਟ, ਕਿਉਂਕਿ ਪ੍ਰੋਪਰਟੀ ਰਜਿਸਟਰੀ ਹੁੰਦੀ ਹੈ, ਟੇਕਸ ਟਾਈਮ, ਬਟ ਨਾਓ ਇਟਸ ਈ ਰਜਿਸਟ੍ਰੇਸ਼ਨ ਹੋਣ ਲੱਗੀ, ਟਾਈਮ ਗੋਜ਼ ਵੈਰੀ ਕੁਇਕ। ਟਾਈਟਲ ਜੇ ਤੁਸੀਂ ਕਰ ਦਿੰਦੇ, ਇਟ ਕੈਨ ਟ੍ਰਾਂਸਫਰ ਵਿਦਿਨ 5 to 10 days ਨਾਓ, ਬਟ ਬਿਫੋਰ ਦੈਟ ਦੇਰ ਵਾਸ ਸਮ 2 ਮਹੀਨੇ ਲੱਗ ਜਾਂਦੇ ਸੀ, ਮਹੀਨਾ ਲੱਗ ਜਾਂਦਾ ਸੀ। 31 days ਦਾ ਟਾਈਟਲ, ਵੀ ਆਰ ਸਟਿਲ ਕਲੈਕਟਿੰਗ 31 days ਇੰਟਰਸਟ, ਪਰ ਹੁਣ ਇੰਨਾ ਟਾਈਮ ਨਹੀਂ ਲੱਗਦਾ ਹੈਗਾ। ਪਰ ਵੈਨ ਦੇ ਵਾਂਟ ਟੂ ਗਿਵ ਦੇਅਰ ਮਨੀ, they want the lawyer to protect everything. The bank need their priority in first. ਉਹਨਾਂ ਨੂੰ ਆਪਣੀ ਜਿਹੜੀ ਮੌਰਗੇਜ ਪਹਿਲੇ ਨੰਬਰ ਤੇ ਚਾਹੀਦੀ ਹੈ, ਬਿਲਕੁਲ, ਠੀਕ ਹੈ ਨਾ, whoever the first ਟਾਈਟਲ ਤੇ ਫਸਟ ਚਾਹੀਦਾ ਲਈ ਇਹਨਾਂ ਨੂੰ, ਠੀਕ ਹੈ ਨਾ। ਤਾਂ ਇਹਦਾ ਮਤਲਬ ਇਹ ਹੁੰਦਾ ਵੀ ਇੰਟਰਮੀਡੀਏਟ ਜਿਹੜੀ ਪੁਰਾਣੀ ਦੀ ਰਜਿਸਟ੍ਰੇਸ਼ਨ, ਦੀ ਮੌਰਗੇਜ, ਕੋਈ ਕੇਵੀਏਟ ਹੈ, ਇਟ ਵਿਲ ਬੀ ਪੇਡ ਬਾਈ ਦੀ ਸੈਲਰ ਲਾਇਰ। ਪਰ ਜਦੋਂ ਰਜਿਸਟ੍ਰੇਸ਼ਨ ਕਰਦੇ ਆ, ਡਿਊਰਿੰਗ ਦੈਟ ਪੀਰੀਅਡ ਇਫ ਸਮਥਿੰਗ ਕਮਸ ਅਪ, ਦੀ ਟਾਈਟਲ ਇੰਸ਼ੋਰੈਂਸ ਵਿਲ ਪ੍ਰੋਟੈਕਟ। ਮੈਂ ਸ਼ਰਮਾ ਇੱਕ ਲਾਈਵ ਤੁਹਾਡੇ ਨਾਲ ਇੱਕ ਇਨਸੀਡੈਂਟ ਜਿਹੜਾ ਆ ਉਹ ਸ਼ੇਅਰ ਕਰਨੀ ਚਾਹੁੰਦਾ। ਬੈਂਕ ਨੇ ਮੌਰਗੇਜ ਅਪਰੂਵ ਕਰ ਦਿੱਤੀ, ਉਸ ਤੋਂ ਬਾਅਦ ਲਾਇਰ ਕੋਲ ਕੇਸ ਚਲਾ ਗਿਆ, ਲਾਇਰ ਕੋਲ ਜਦੋਂ ਕੇਸ ਚਲਾ ਗਿਆ ਤੇ ਲਾਇਰ ਨੇ ਉਹ ਟਾਈਟਲ ਪੁੱਲ ਕੀਤਾ 1 ਦਿਨ ਪਹਿਲਾਂ, ਸਿਰਫ 1 ਦਿਨ ਪਹਿਲਾਂ, ਯਾਨੀ ਕੱਲ। ਉਹਦੇ ਦੇ ਉੱਤੇ ਸਿਟੀ ਨੇ
ਲੀਨ ਪਾਇਆ ਹੋਇਆ। ਸਿਟੀ ਨੇ ਲੀਨ ਕੀ ਪਾਇਆ ਪਤਾ ਹੀ ਨਹੀਂ, ਉੱਤੇ ਲਿਖਿਆ ਸਿਟੀ ਦਾ ਲੀਨ ਹੈਗਾ। ਜਦੋਂ ਬਾਅਦ ਵਿੱਚ ਪਤਾ ਕੀਤਾ, ਹੁਣ ਬੈਂਕ ਨੇ ਰੋਕ ਲਏ ਪੈਸੇ, ਲਾਇਰ ਨੇ ਦੱਸਤਾ ਬੈਂਕ ਨੂੰ ਭਾਈ ਇਹ ਤੇ ਤੁਹਾਡੇ ਟਾਈਟਲ ਕਲੀਅਰ ਨਹੀਂ ਹੈਗਾ, ਇਹ ਤੇ ਲੀਨ ਆ। ਬੈਂਕ ਨੇ ਕਿਹਾ ਲੀਨ ਪਤਾ ਕਰੋ ਕਿਹੜਾ ਹੈਗਾ, ਕਾਹਦਾ ਹੈਗਾ। ਇਨ ਦੀ ਮੀਨ ਟਾਈਮ ਉਹਨੇ ਕਿਹਾ ਕਿ ਆਪਣੇ ਫੰਡਿੰਗ ਰੋਕ ਲਈ। ਠੀਕ ਹੈ ਜੀ। ਉਹ ਜਦੋਂ ਟਾਈਟਲ ਪਤਾ ਕੀਤਾ, ਸਿਟੀ ਆਫ ਵਿਨੀਪੈਗ ਨੂੰ ਪੁੱਛਿਆ ਕਿ ਲੀਨ ਤੁਸੀਂ ਕਾਹਦਾ ਪਾਇਆ ਹੈਗਾ, ਉਹਨਾਂ ਦੱਸਿਆ ਜੀ ਕਿ ਇਸ ਬੰਦੇ ਨੇ ਆਪਦੀ ਬੇਸਮੈਂਟ ਬਣਾਉਣ ਦੇ ਲਈ ਕੁਝ ਪਰਮਿਟ ਪੁੱਲ ਕੀਤੇ ਸੀਗੇ ਪਰ ਕਲੋਜ਼ ਨਹੀਂ ਕੀਤੇ। City, most of the time, city don't put that kind of liens. I don't know which property we are talking about. ਪਰ city ਜਿਹੜੀ caveats ਪਾਉਂਦੀ ਹੈ, ਉਹ city bylaws ਦੇ accordingly caveats ਪਾਉਂਦੀ ਹੈ। ਜੇ ਕੋਈ bylaw ਦੀ breach ਹੋਵੇ, bylaw ਦੀ breach ਦਾ ਮਤਲਬ ਇਹ ਹੈ ਵੀ ਲੈਟਸ ਸੀ ਕਿ empty building ਰਹੀ, vacant building ਰਹੀ, ਠੀਕ ਹੈ ਨਾ, ਉੱਥੇ ਕੋਈ garbage ਪਿਆ ਰਿਹਾ ਜਾਂ ਕੋਈ inconvenience to the, ਪਰ if they put a caveat, you can always order the copy of the caveat from the property registry. It just take maybe a day, ठीक है ना, then they can give you what is written in their caveat. पर जिन्नी भी caveats ਹੁੰਦੀ ਆ, they do have a provision to remove it. ਜਿਸ ਤਰ੍ਹਾਂ ਕੋਈ ਸਪੋਜ਼ ਕਰੋ ਲੈਟਸ ਸੀ ਕਿ ਕੋਈ ਵੇਕੈਂਟ ਬਿਲਡਿੰਗ ਪਈ ਰਹੀ, ਸਿਟੀ ਨੇ caveat ਪਾ ਦਿੱਤੀ ਵੀ ਜਦੋਂ ਤੁਸੀਂ ਇਹ ਨਹੀਂ ਕਰਦੇ ਕਿ ਬਾਈ ਲਾਅ ਇਜ਼ ਦੈਟ ਵਨ, then you have to just construct something there, otherwise all put a caveat over there, ਠੀਕ ਹੈ ਨਾ, ਉਹ ਵੀ ਰਿਮੂਵੇਬਲ ਹੁੰਦੀ ਹੈ। ਪਰ it depends city to city. Most of these caveats ਜਿਹੜੀ ਸਿਟੀ ਪਾਉਂਦੀ ਹੈ, some ਜਿਹੜੀ caveats ਹੁੰਦੀ ਹੈ that runs with the land, ਜਿਨ੍ਹਾਂ ਨੂੰ ਤੁਸੀਂ ਰਿਮੂਵ ਨਹੀਂ ਕਰ ਸਕਦੇ। ਉਹ ਤਾਂ ਬਹੁਤ ਰੇਅਰ ਹੋਣਗੇ ਨਾ। ਕੋਈ ਸਿਟੀ ਆਫ ਵਿਨੀਪੈਗ ਦੀਆਂ caveats ਤਕਰੀਬਨ runs with the land ਹੈ। ਨਹੀਂ, ਇਸ ਕੇਸ ਵਿੱਚ ਵੀ ਉਹਨਾਂ ਨੇ ਕਿਹਾ ਹੋਇਆ ਕਿ ਇਹਨਾਂ ਨੇ ਪਰਮਿਟ ਪੁੱਲ ਕੀਤੇ ਸੀਗੇ ਪਰ ਉਸ ਤੋਂ ਬਾਅਦ ਕਲੋਜ਼ ਨਹੀਂ ਕੀਤੇ। ਸਾਨੂੰ ਪਤਾ ਹੀ ਨਹੀਂ ਉਹ ਕੰਮ ਹੋਇਆ ਜਾਂ ਨਹੀਂ ਹੋਇਆ, ਜੇ ਹੋਇਆ ਵਾ ਤਾਂ ਐਜ਼ ਪਰ ਲਾਅ ਹੋਇਆ, ਕਿਵੇਂ ਹੈਗਾ ਸੀਗਾ। ਨਹੀਂ, ਉਹਦੇ ਵਾਸਤੇ ਇਸ ਤਰ੍ਹਾਂ ਹੁੰਦਾ ਵੀ ਇਫ ਦੀ ਸਿਟੀ ਪੁੱਟ ਏ caveat then they need the inspection of the property. ਯੈਸ, ਇਹ ਉਹਨਾਂ ਨੇ ਕਿਹਾ ਕਿ ਅਸੀਂ ਇੰਸਪੈਕਸ਼ਨ ਕਰਾਂਗੇ। ਇੰਸਪੈਕਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਇਹਦੀ ਦੋ ਚੀਜ਼ਾਂ ਤੇ ਹੁੰਦੀ ਜੀ, ਸਿਟੀ ਨੂੰ ਇਤਰਾਜ਼ ਹੁੰਦਾ, ਇੱਕ ਇਲੈਕਟ੍ਰੀਕਲ ਵਾਇਰਿੰਗ, ਇੱਕ ਪਲੰਬਿੰਗ, ਦੋ ਹੀ ਕੰਮ, ਹੋਰ ਤਾਂ ਕੋਈ ਗੱਲ ਨਹੀਂ ਏਡੀ। ਠੀਕ ਹੈ ਜੀ। ਮੋਸਟ ਆਫ them are, ਹਾਂਜੀ। ਜਾਂ ਫਿਰ ਵੱਧ ਤੋਂ ਵੱਧ ਇਹ ਵੀ ਜੇ ਤੁਸੀਂ ਬੇਸਮੈਂਟ ਦੇ ਵਿੱਚ ਬੈਡਰੂਮ ਬਣਾਇਆ ਵਾ ਤੇ ਉਹਦੀ ਵਿੰਡੋ ਦਾ ਸਾਈਜ਼ ਹੈਗਾ, ਉਹ ਈਗਰਾਸ ਵਿੰਡੋ ਨਹੀਂ ਹੈ ਤਾਂ then they can still ਉਹਦੇ 'ਚ ਅਜੇ ਫਲਾ ਹੈਗਾ ਜੀ। ਤੁਸੀਂ ਕਹੋ ਜੀ ਇਹ ਮੇਰਾ ਬੈਡਰੂਮ ਥੋੜ੍ਹੀ, ਮੇਰਾ ਤਾਂ ਆਫਿਸ ਆ, ਆਫਿਸ ਦੀ ਵਿੰਡੋ ਦੀ ਸਪੈਸੀਫਿਕੇਸ਼ਨ ਹੈ ਨਹੀਂ ਤੇ ਬੈਡਰੂਮ ਦੀ ਹੈਗੀ ਹੈ। ਸੋ ਮਤਲਬ ਇਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਤੇ ਇਹ ਟਾਈਟਲ ਜਿਹੜੀ ਇੰਸ਼ੋਰੈਂਸ ਹੈ ਉਹ ਕੰਮ ਕਰਦੀ ਹੈਗੀ। ਠੀਕ ਹੈ ਜੀ। ਵੈਸੇ ਤੁਸੀਂ ਪ੍ਰੈਕਟੀਕਲੀ ਰਿਕੁਆਇਰਮੈਂਟ ਭਾਵੇਂ ਬੈਂਕ ਦੀ ਹੈ ਤੇ ਟਾਈਟਲ ਇੰਸ਼ੋਰੈਂਸ ਥੋੜੇ ਜਿਹੇ ਪੈਸਿਆਂ ਦੇ ਨਾਲ ਹੀ ਕਲਾਇੰਟ ਵੀ ਕਵਰ ਹੁੰਦਾ ਹੈ, ਬਾਇਰ ਵੀ ਕਵਰ ਹੁੰਦਾ ਹੈ। it cover him for the whole of the life until he hold the property. ਜਦੋਂ ਤੱਕ property, let's see he spend maybe $200-300 down the road, but his property is protected for the rest of the life. ਜਦੋਂ ਵੀ property ਜਦ ਤੱਕ ਵੇਚਦਾ ਨਹੀਂ ਹੈ, ਠੀਕ ਹੈ ਨਾ, then if something comes up, still protected. ਕਿ ਕਿਹੜੀ ਚੀਜ਼ ਹੋਰ ਕਵਰ ਹੁੰਦੀ ਹੈ? ਇੱਕ ਆਪਾਂ ਇੰਕਰੋਚਮੈਂਟ ਦੀ ਗੱਲ ਕੀਤੀ ਸੀ, ਇੱਕ ਇਹ ਜਿਹੜੀ ਸਿਟੀ ਦੇ ਪਰਮਿਟ ਦੀ ਗੱਲ ਹੋ ਗਈ, ਇੱਕ ਕੋਈ ਹੋਰ ਕੋਈ ਪਹਿਲਾਂ ਉਸ ਪ੍ਰਾਪਰਟੀ ਦੇ ਵਿੱਚ ਕੋਈ ਨੁਕਸ ਹੈਗਾ, ਹਾਂਜੀ, ਉਹ ਸਾਰਾ ਕੁਝ ਕਵਰ ਹੁੰਦਾ ਜਿਹੜਾ ਡਿਸਕਲੋਜ਼ ਨਹੀਂ ਹੋਇਆ, ਸੈਲਰ ਨੇ ਡਿਸਕਲੋਜ਼ ਨਹੀਂ ਕੀਤਾ। ਠੀਕ ਹੈ ਜੀ। ਬਾਇਰ ਉਹਦੇ ਨਾਲ ਪ੍ਰੋਟੈਕਟ ਹੁੰਦਾ। ਕੋਈ ਹੋਰ ਖਾਸ ਵੀ ਇਦਾਂ ਦੀ ਚੀਜ਼ ਹੈਗੀ ਜਿਹੜੀ ਮਨ ਵਿੱਚ ਧੜਕੂ ਰਹਿੰਦਾ ਹੈਗਾ ਤੇ ਟਾਈਟਲ ਇੰਸ਼ੋਰੈਂਸ ਨਾਲ ਬੰਦਾ ਬੇਫਿਕਰਾ ਹੋ ਸਕਦਾ? ਨੋਟ ਰੀਅਲੀ, ਕਿਉਂਕਿ ਦੇਖੋ ਜਿਹੜਾ ਬਾਇਰ ਹੈ ਉਹਦਾ ਜਿਹੜਾ ਮੇਨ ਮੋਟਿਵ ਹੈ, ਉਹਦਾ ਜਿਹੜਾ ਟਾਈਟਲ ਹੈ ਪ੍ਰੋਟੈਕਟ ਹੋਣਾ ਚਾਹੀਦਾ। ਬੈਂਕ ਨੀਡ देयर ਮੌਰਗੇਜ ਟੂ ਬੀ ਪ੍ਰੋਟੈਕਟਡ। ਉਹ ਤਾਂ ਬੈਂਕ ਲੈਵਲ ਦੀ ਗੱਲ ਹੋ ਗਈ ਨੇ। ਬੈਂਕ ਕਹਿੰਦਾ ਕਿ ਮੇਰਾ ਟਾਈਟਲ ਕਲੀਅਰ ਹੋਵੇ ਤੇ ਫਸਟ ਲੀਨ ਮੇਰਾ ਹੋਵੇ, ਕੱਲ ਨੂੰ ਮੈਨੂੰ ਇਹ ਪ੍ਰਾਪਰਟੀ ਵੇਚਣੀ ਪਵੇ ਤਾਂ ਕੋਈ ਦਿੱਕਤ ਨਾ ਆਵੇ। ਬੈਂਕ ਦਾ ਤੇ ਆ, ਹੁਣ ਜਿਹਨੇ ਪੈਸੇ ਦਿੱਤੇ ਹੈਗੇ ਜੀ ਉਹ ਸਾਰੇ ਆਪਦੇ ਜਿਹੜੇ ਇੰਟਰਸਟ ਆ ਉਹ ਸ਼ੋ ਕਰਦਾ। ਬਾਇਰ ਲੈਵਲ ਦੀ ਗੱਲ ਆਪਾਂ ਕਰਦੇ ਜੀ। ਨਹੀਂ, ਬਾਇਰ ਦਾ ਹੀ ਹੁੰਦਾ ਨਾ, ਬਾਇਰ ਹੀ ਪ੍ਰੋਟੈਕਟਡ ਹੁੰਦਾ ਨਾ। ਸੈਲਰ ਨੇ ਤਾਂ ਵੀ ਸੈਲਰ if seller's lawyer find any caveat pertaining to the property, he will not release the money unless that caveat is cleared. ਬਾਇਰ ਦੀ ਹੀ ਪ੍ਰੋਟੈਕਸ਼ਨ ਹੈ। ਜਿਹੜੀ ਸੈਲਰ ਹੈ ਇਹ ਹੈ ਵੀ ਜਿਹੜਾ ਰਿਮਬਰਸਮੈਂਟ ਹੈ, ਲੈਟਸ ਸੇ ਸੈਲਰ didn't disclose anything. ਅੱਛਾ, ਇੱਕ ਮੈਂ ਤੁਹਾਡੇ ਕੋਲ ਹੋਰ ਪੁੱਛਣਾ ਚਾਹੁੰਦਾ ਕਿ ਜਿਹੜਾ ਬਾਇਰ ਹੈਗਾ ਜੀ, ਉਹਨੂੰ ਜਦੋਂ ਪ੍ਰਾਪਰਟੀ ਬਾਏ ਕਰਦਾ ਉਹਨੂੰ ਵੈਸੇ ਥੋੜੇ ਹੋ ਸਰ $20-25 ਜਾਂ $50 ਲੱਗਦੇ ਹੋਣਗੇ, ਉਹਨੂੰ ਟਾਈਟਲ ਸਰਚ ਕਰਵਾ ਲੈਣੀ ਚਾਹੀਦੀ? ਨਹੀਂ, ਟਾਈਟਲ ਸਰਚ ਇਟ ਵਿਲ ਵਰਕ অর ਨਾਟ? ਨਹੀਂ, ਟਾਈਟਲ ਸਰਚ ਤਾਂ ਇਟ ਵਿਲ ਬੀ ਪੁਲਡ ਬਾਈ ਦ ਲਾਇਰਸ। ਰਜਿਸਟ੍ਰੇਸ਼ਨ ਤੋਂ ਪਹਿਲਾਂ ਵੀ ਹਰ ਇੱਕ ਲਾਇਰ ਉਹਨਾਂ ਨੇ ਕਰਨੀ ਡੈਫੀਨਿਟਲੀ ਸੇਮ ਡੇ ਕਰਨੀ ਹੈ, ਸੇਮ ਡੇ ਕਰਨੀ ਹੀ ਕਰਨੀ ਹੈ। ਮੋਸਟ ਆਫ ਦੀ ਲਾਅ
offices they do their due diligence before submitting the documents to the property registry. ਪ੍ਰਾਪਰਟੀ ਰਜਿਸਟਰੀ ਨੂੰ ਸਬਮਿਟ ਕਰਨ ਤੋਂ ਪਹਿਲਾਂ ਪਹਿਲਾਂ ਕਰਦੇ ਹੀ 99% ਪ੍ਰਾਪਰਟੀ ਨੂੰ ਰਜਿਸਟਰੀ ਨੂੰ ਸੇਮ ਡੇ ਸਬਮਿਟ ਕਰਨਾ ਪੈਂਦਾ ਜਦੋਂ ਸਾਈਨ ਹੋਇਆ within 5 days. ਵਿਦਨ 5 ਡੇਜ਼ ਕਰਨਾ ਪੈਂਦਾ। ਜੇ ਉਹਨਾਂ 5 ਡੇਜ਼ ਦੇ ਵਿੱਚ ਕੋਈ ਇਦਾਂ ਦੀ ਇਨਕਰੋਚਮੈਂਟ ਦੀ ਗੱਲ ਸਾਹਮਣੇ ਆ ਜਾਵੇ that will be covered by the ਉਹ ਕਵਰ ਹੋਏਗੀ। ਜੇ ਕੋਈ ਹੋਰ ਆਂਢੀ ਗੁਆਂਢੀ ਕੋਈ ਕੰਪਲੇਂਟ ਕਰਦਾ ਜਾਂ ਸਿਟੀ ਕੋ ਫਾਈਂਡ ਆਊਟ ਕਰਦੀ ਹੈ ਤਾਂ ਵੀ ਉਹ ਕਵਰ ਹੋਏਗੀ। ਇਹਦੇ ਮਤਲਬ ਬਹੁਤ ਇੰਪੋਰਟੈਂਟ ਗੱਲ ਹੈਗੀ ਇਹ। ਮਤਲਬ it protect the buyer for any unforeseen situation. ਉਹਦੇ ਵਿੱਚ ਇਸ ਤਰ੍ਹਾਂ ਵੀ ਲੈਟਸ ਸੀ ਕਿ ਬਾਇਰ ਨੂੰ ਕੁਝ ਪਤਾ ਨਹੀਂ ਸੀ, ਠੀਕ ਹੈ ਨਾ, ਐਂਡ ਹੀ ਜਸਟ ਮੇਬੀ ਸਾਈਨ ਦੀ ਡਾਕੂਮੈਂਟਸ ਐਂਡ ਲੇਟਰ ਔਨ ਹੀ ਫਾਈਂਡ ਸਮਥਿੰਗ ਬਾਈ ਦੀ ਸਿਟੀ, ਦੈਟਸ ਰਾਈਟ, ਸੋ ਦੈਟ ਵਿਲ ਬੀ ਕਵਰਡ ਬਾਈ ਦੀ ਟਾਈਟਲ। ਇੱਕ ਜੀ ਜਦੋਂ ਆਫਰ ਭਰਦੇ ਆ ਲੋਕ ਆਪਣੇ ਘਰ ਵਾਸਤੇ ਬਾਏ ਕਰਨ ਵਾਸਤੇ, ਉਹਦੇ ਚ ਨਾਲ ਇੱਕ ਪੀਡੀਐਸ ਹੁੰਦਾ ਹੈ, ਪ੍ਰੋਪਰਟੀ ਡਿਸਕਲੋਜ਼ਰ। ਹਾਂਜੀ, ਉਹ ਪ੍ਰੋਪਰਟੀ ਡਿਸਕਲੋਜ਼ਰ ਦੇ ਵਿੱਚ ਉਹ ਲਿਖਦਾ ਕਿ ਇਹ ਠੀਕ ਹੈ ਜੀ, ਇਹ ਠੀਕ ਹੈ, ਠੀਕ ਹੈ, ਤੇ ਬਾਅਦ ਵਿੱਚ ਨਿਕਲ ਆਵੇ ਤੇ ਉਹ ਸਾਰਾ ਕੁਝ ਉਹਦੇ ਚ ਕਵਰੇਜ ਹੋਏਗੀ। ਦੈਟਸ ਰਾਈਟ, ਕਿਉਂਕਿ ਜਿਹੜੀ ਟਾਈਟਲ ਇੰਸ਼ੋਰੈਂਸ ਕੰਪਨੀ ਹੈ, ਦੇ ਹੈਵ ਅ ਪਾਲਿਸੀ ਇਫ ਦੇ ਫਾਈਂਡ ਦੈਟ the seller conceal a material fact when he was supposed to disclose, they can go back to him. The title insurance company has their own lawyers. ਉਹਦੇ ਲਈ ਜ਼ਿੰਮੇਵਾਰੀ ਜਿਹੜੀ ਉਹ ਸੈਲਰ ਦੀ ਹੈਗੀ ਹੈ, ਬਾਇਰ ਦੀ ਕੋਈ ਰਿਸਪੌਂਸਿਬਿਲਟੀ ਨਹੀਂ, ਭਾਵੇਂ ਜਿੰਨਾ ਮਰਜ਼ੀ ਖਰਚਾ ਆ ਜਾਵੇ, ਜੋ ਮਰਜ਼ੀ ਦੇ ਵਿਲ ਲੁੱਕ ਆਫਟਰ। ਫਾਰ ਐਗਜ਼ਾਮਪਲ ਬੇਸਮੈਂਟ ਹੀ ਕਹਿੰਦੇ ਜੀ ਇਹ ਤਾਂ ਡਿਸਮੈਂਟਲ ਕਰ ਦਿਓ, ਡਸਨਟ ਮੈਟਰ, ਯੂ ਨੋ, ਪਿਛਲੇ ਪਾਸੇ ਡੈਕ ਬਣਾਇਆ ਜੀ, ਉਹ ਐਜ਼ ਪਰ ਸਪੈਸੀਫਿਕੇਸ਼ਨ ਨਹੀਂ ਬਣਾਇਆ, ਡਿਸਮੈਂਟਲ ਕਰਨਾ ਪੈ ਗਿਆ ਤੇ ਉਹ ਸੇਫ ਹੈਗਾ ਬੰਦਾ। ਠੀਕ ਹੈ ਨਾ, ਬੜੀ ਵਧੀਆ ਇਨਫੋਰਮੇਸ਼ਨ ਸ਼ਰਮਾ ਜੀ ਤੁਹਾਡੇ ਕੋਲੋਂ। ਨੋ ਪ੍ਰੋਬਲਮ ਸਰ। ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਰੋਤੇ ਹੈਗੇ ਆ, ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜੀ, ਅਸੀਂ ਅਬਵੀਅਸਲੀ ਹੁੰਦੇ ਆ, ਪਰ ਇਹ ਲੀਗਲ ਹੈ। ਜੇ ਕਾਨੂੰਨ ਦੀ ਵਾਕਫੀਅਤ ਹੋਵੇ, ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੀ ਵਾਕਫੀਅਤ ਹੋਵੇ ਤੇ ਬਹੁਤ ਵੱਡੇ ਖਰਚੇ ਬਚ ਸਕਦੇ। Thank you very much, Sharma ji. No problem, sir. Thank you very much, Voice of India. Congratulations for the new adventure, and then hope so everything will go smooth. Thank you, sir. Okay, thank you.